अस्सलाम वालेकुम दोस्तों। लो जी दोस्तों, अज असी मौजूद है एग्रीकल्चर यूनीवर्सिटी अकाड़ा के अंदर तो इत्थे मल्टी लेजर वाले आए ने। उन्होंने अपना स्टाल लाया वा और जदीद जिहड़ा इन्होंने रूटा वाटर अपना डिज़ाइन दिता वा, ਉਹਦੇ बारे असी गलबात करते हैं और उसकी कीमत वगैरह तो भी दसते हैं। और जिहड़े इन्हों दे बाकी औज़ार ने, ठोस हल्लां ने, लेज़र वगैरह ने, जिन्ने भी औज़ार लैके आए ने सारे औज़ारां दा रेट वगैरह और मुकम्मल अपडेट दिंदे आ और इन्हां दी क्वालिटी की आ मुकम्मल जो भी असीं इन्फॉर्मेशन दिंदे। साडे नाल साजिद भाई मौजूद ने, इन्हां नाल असीं गलबात करते हैं। अस्सलाम वालेकुम साजिद भाई। जी वालेकुम सलाम जी। जी साजिद भाई की हाल चाल जी? जी अलहमदुलिल्लाह, शुक्र है अल्लाह दा रंदा वा सब। अच्छा साजिद भाई, जिहड़ा तुसीं अपना वाटर जी और अपना ही डिज़ाइन दिता, ਇਹਦੇ ਬਾਰੇ ਥੋੜੀ ਜੀ ਦੋਸਤਾਂ ਨੂੰ ਇਨਫੋਰਮੇਸ਼ਨ ਦਿਓ। ਇਹ ਸਰ ਜੀ ਸਭ ਤੋਂ ਪਹਿਲੇ ਤੇ ਮੇਰੇ ਜਿਹੜੇ ਵੀ ਔਜ਼ਾਰ ਸਾਡੇ ਹੋਣਗੇ ਨਾ ਜੀ, ਉਹਦੇ ਵਿੱਚ ਸਾਡੀ ਇੱਕ ਮੁਨਫਰਦ ਤੇ ਆਪਣਾ ਹੀ ਡਿਜ਼ਾਈਨ ਹੋਏਗਾ। ਕਿਸੇ ਨੂੰ ਨਾ ਹੀ ਕੋਈ ਕਾਪੀ ਹੋਏਗਾ ਔਰ ਨਾ ਹੀ ਉਹਦੇ 'ਚ ਕੋਈ ਝਲਕ ਹੋਏਗੀ ਕਾਪੀ ਦੀ। ਠੀਕ ਹੈ ਜੀ। ਉਸ ਤੋਂ ਬਾਅਦ ਹਾਂ, ਅਗਰ ਕਾਪੀ ਵੀ ਹੋਏਗਾ ਤੇ ਉਹਨੂੰ ਇੱਕ ਤਰੀਕੇ ਦੇ ਨਾਲ ਮੈਨੇਜ ਕੀਤਾ ਜਾਏਗਾ। ਸਹੀ। ਮੈਂ ਸਾਰੇ ਦੋਸਤਾਂ ਨੂੰ ਕਹਿੰਦਾ ਮੈਂ ਕਿ ਸਾਰੇ ਰਲ ਮਿਲ ਕੇ ਆਪਾਂ ਔਜ਼ਾਰ ਬਦਲੀਏ। ਸਾਰੇ ਔਜ਼ਾਰ ਬਣਾਉਣ ਵਾਲੇ ਥੋੜੀ ਕੋਸ਼ਿਸ਼ ਕਰਕੇ ਐਫਰਟ ਕਰਕੇ ਤੇ ਇੱਕ ਅੱਛਾ ਜਿਹੜਾ ਰਿਜ਼ਲਟ ਹੈ ਉਹ ਜ਼ਿਮੀਂਦਾਰ ਨੂੰ ਦਈਏ, ਤਾਂ ਕਿ ਆਪਦੇ ਆਉਣ ਵਾਲੀ ਜਿਹੜੀ ਕ੍ਰੋਪਿੰਗ ਹੈ ਜਾਂ ਫਸਲ ਹੈ ਉਹਦੇ ਰਿਜ਼ਲਟ ਬਿਹਤਰ ਕੀਤੇ ਜਾ ਸਕਣ ਔਰ ਜ਼ਿਮੀਂਦਾਰ ਦੀ ਜਿਹੜੀ ਹੈ ਨਾ ਪ੍ਰੋਡਕਸ਼ਨ ਉਹ ਬਿਹਤਰੀ ਦੇ ਨਾਲ ਨਾਲ ਉਹਦਾ ਖਰਚਾ ਵੀ ਘਟੇ। ਜਦੋਂ ਅਸੀਂ ਔਜ਼ਾਰ ਅੱਛੇ ਉਹਨੂੰ ਦੇਵਾਂਗੇ, ਉਹਦੇ ਡੀਜ਼ਲ ਦੀ ਬਚਤ ਹੋਏਗੀ ਔਰ ਉਹਦੀ ਪ੍ਰੋਡਕਸ਼ਨ ਅੱਛੀ ਆਏਗੀ। ਉਹਦੇ ਮੱਦੇ ਨਜ਼ਰ ਰੱਖਦੇ ਆ ਅਸੀਂ ਜਿੰਨੇ ਵੀ ਔਜ਼ਾਰ ਨੇ ਉਹਨਾਂ ਨੂੰ ਇੱਕ ਮੇਨ ਅੱਛੇ ਅੰਦਾਜ਼ ਨਾਲ ਲੁੱਕ ਵਾਈਜ਼ ਵੀ ਔਰ ਕੁਆਲਿਟੀ ਵਾਈਜ਼ ਵੀ ਬਿਹਤਰ ਕੀਤਾ ਹੈ ਜੀ। ਅੱਛਾ, ਆਪਣੇ ਰੂਟਾ ਵਾਟਰ ਦੇ ਬਾਰੇ ਥੋੜਾ ਜਿਹਾ ਦੱਸੋ ਵੀ ਇਹ ਡਿਜ਼ਾਈਨ ਕਿੱਥੋਂ ਲਿਆ ਤੁਸੀਂ ਔਰ ਕਿਹੜੇ ਡਾਇਆਗ੍ਰਾਮ ਤੋਂ ਬਣਾਇਆ ਵਾ ਔਰ ਇਹ ਕਿੰਨੇ ਫਾਲਾ ਵਾ ਤੇ ਕੀ ਰੇਟ ਵਾ ਇਹਨਾਂ ਦੇ? ਸਰ ਇਹ ਮੇਰਾ ਆਪਣਾ ਹੀ ਡਿਜ਼ਾਈਨ ਹੈ ਜੀ। ਇਹਦੇ ਉੱਤੇ ਸਾਡੀ ਆਪਣੀ ਹੀ ਰਿਸਰਚ ਹੈ। ਮੈਂ ਥੋੜੇ ਅਰਸੇ ਤੋਂ ਰਿਸਰਚ ਦੇ ਉੱਤੇ ਕੰਮ ਕਰ ਰਿਹਾ ਸੀ। ਰੂਟਾਵੈਟਰ ਨੂੰ ਦੋ ਜਗ੍ਹਾ ਤੋਂ ਪਕੜਿਆ ਹੈ। ਮੇਰੇ ਤੋਂ ਜ਼ਿਆਦਾ ਲੋਕ ਸਮਝਦਾਰ ਮਾਸ਼ਾਅੱਲਾ ਰੂਟਾਵੈਟਰ ਦੀ ਬੜੀ ਲੰਬੀ ਦੁਨੀਆ ਜੀ। ਇਹ ਸਾਡਾ ਮੇਨ ਔਜ਼ਾਰ ਹੈ ਔਰ ਹਰ ਬੰਦਾ ਬਣਾ ਰਿਹਾ ਜੀ। ਹਾਂਜੀ ਹਾਂਜੀ। ਤੇ ਉਹ ਸਾਡੇ ਤੋਂ ਜ਼ਿਆਦਾ ਰਿਸਰਚ ਵਾਲੇ ਵੀ ਲੋਕ ਬੈਠੇ ਨੇ ਇੱਥੇ, ਕੋਈ ਮੈਂ ਤਾਂ ਨਹੀਂ ਇਕੱਲਾ, ਲੇਕਿਨ ਮੈਂ ਮਹਿਸੂਸ ਇਹ ਕੀਤਾ ਆਪਦੀ ਜ਼ਾਤ ਦੇ ਤੌਰ ਤੇ ਕਿ ਜਿਹੜੇ ਦੋ ਹਾਈਡ੍ਰੋਲਿਕ ਨੇ ਨਾ ਜੀ, ਇਹਨਾਂ ਦੀ ਜਿਹੜੀ ਇੱਥੇ ਪਕੜ ਆ ਜਾਂਦੀ, ਬਾਕੀ ਰੂਟਾਵੈਟਰ ਸਾਰਾ ਵਿਹਲਾ ਪਿਆ ਹੁੰਦਾ ਹੈ, ਉਹਨੂੰ ਕਵਰ ਕਰਨਾ ਜ਼ਰੂਰੀ ਹੈ ਕਿਉਂਕਿ ਰੂਟਾਵੈਟਰ ਦੇ ਸਾਈਜ਼ ਵੱਡੇ ਹੁੰਦੇ ਜਾਂਦੇ ਨੇ ਹੁਣ। ਹਾਂਜੀ ਠੀਕ ਹੈ ਜੀ। ਰੂਟਾਵੈਟਰ ਪਹਿਲੇ ਚੱਲਦਾ ਸੀ 32 ਆਪਣਾ 36 42 ਤੱਕ, 48 ਤੱਕ ਐਂਡ ਅਸੀਂ ਆਪਾਂ ਛੋਟੇ ਹੁੰਦੇ ਸਾਂ। ਹੁਣ ਰੂਟਾਵੈਟਰ 90 ਤੱਕ 78 ਤੱਕ ਚਲਾ ਗਿਆ ਹੈ ਤੇ ਉਹਦਾ ਹਾਈਡ੍ਰੋਲਿਕ ਦਾ ਸਾਈਜ਼ ਉਹੀ ਹੈ। ਜਿਹੜੀਆਂ ਸਾਈਡਾਂ ਨੇ ਹੁੰਦੀਆਂ ਧੜਕਦੀਆਂ ਨੇ। ਠੀਕ ਹੈ। ਉਹਨੂੰ ਹੁਣ ਅਸੀਂ ਜਿੱਥੋਂ ਰੂਟਾਵੈਟਰ ਸਾਡਾ ਜਿਹੜਾ ਵੀ ਮਾਡਲ ਜਿੰਨਾ ਹੋਏਗਾ ਕਟਰ ਦਾ ਜਿੱਥੋਂ ਸਟਾਰਟ ਹੋਏਗਾ ਉਹਨੂੰ 4 ਇੰਚ ਛੱਡ ਕੇ ਤੇ ਸਾਡਾ ਇੱਕ ਪਹਿਲਾ ਹਾਈਡ੍ਰੋਲਿਕ ਦੀ ਪਕੜ ਆਏਗੀ ਔਰ ਉਹ ਹਾਈਡ੍ਰੋਲਿਕ ਦੀ ਪਕੜ ਅਗਰ ਤੁਸੀਂ ਦਿਖਾਓ ਤੇ ਉਹ ਫਰੰਟ ਤੋਂ ਵੀ ਹੋਏਗੀ ਤੇ ਉਹ ਬੈਕ ਤੋਂ ਵੀ ਹੋਏਗੀ। ਠੀਕ ਹੈ ਜੀ। ਫਿਰ ਅਗਲੀ ਸਾਡੀ ਪਕੜ ਸੇਮ ਉਹੀ ਕੰਡੀਸ਼ਨ, ਇਹ ਪਹਿਲੇ ਵਾਲਾ ਹਾਈਡ੍ਰੋਲਿਕ ਬਣ ਗਿਆ, ਇਹ ਐਕਸਟਰਾ ਹਾਈਡ੍ਰੋਲਿਕ ਉੱਤੋਂ ਇਹਨੂੰ ਮਿਲ ਗਿਆ। ਸਹੀ। ਉਸ ਤੋਂ ਬਾਅਦ ਇਹਦੇ ਨਾਲ ਅਸੀਂ ਇਹ ਕੀਤਾ ਥੋੜਾ ਜਿਹਾ ਇਹ ਚਾਦਰ ਨੂੰ ਅਸੀਂ ਅੱਗੇ ਲੈ ਆਂਦਾ ਜੀ, ਲੰਬਾ ਕਰ ਲਿਆ, ਲੰਬਾ ਕੀਤਾ, ਨਾਲੇ ਚਾਦਰ ਨੂੰ ਥੋੜਾ ਜਿਹਾ ਥੱਲੇ ਕੀਤਾ, ਜਿਹੜਾ ਉਹ ਮਿੱਟੀ ਉਡਾਉਂਦਾ ਸੀ ਉਹ ਇੱਥੇ ਹੀ ਇਹਦੀ ਕਵਰ ਹੋ ਗਈ। ਅੱਛਾ ਸਾਇਦ ਭਾਈ, ਇਹਦੇ ਅੰਦਰ ਮਿੱਟੀ ਜਮਾ ਤਾਂ ਨਹੀਂ ਹੋਵੇਗੀ ਜਿਹੜੀ ਅੰਦਰ ਨੂੰ ਫੋਲਡ ਕੀਤੀ ਆ? ਨਹੀਂ, ਉਹ ਅੰਦਰ ਨੂੰ ਸਿੱਧਾ ਰੱਖਿਆ ਹੈ, ਅੱਗੇ ਬੈਲਟ ਲੱਗੇਗਾ ਨਾ ਤੇ ਉਹ ਬਿਲਕੁਲ ਸਟ੍ਰੇਟ ਹੋ ਜਾਏਗੀ। ਅੱਛਾ ਸਾਇਦ ਭਾਈ, ਆਪਣੇ ਕੋਲ ਰੂਟਾ ਵਾਟਰ ਵਿੱਚ ਕਿਹੜੇ ਮਾਡਲ ਨੇ ਔਰ ਕਿੰਨੇ ਫਾਲੇ ਔਰ ਕੀ ਕੀਮਤ ਆ ਇਹਨਾਂ ਦੀ? ਸਾਡੇ ਕੋਲ ਜਿਹੜਾ 66 ਫਾਲਾ ਹੈ, ਇਹਦੀ ਅਸੀਂ ਕੀਮਤ ਜਿਹੜੀ ਰੱਖੀ ਹੈ ਉਹ 4,95,000 ਰੁਪਏ ਰੱਖੀ ਹੈ। ਹਾਂਜੀ। ਬਹੁਤ ਅੱਛੇ ਤਰੀਕੇ ਦੇ ਨਾਲ ਅਸੀਂ ਇਹਨੂੰ ਗਰਾਰੀ ਸੈੱਟ ਨੂੰ ਮੈਨੇਜ ਕਰਕੇ ਤੇ ਇਹਦੇ ਵਿੱਚ ਜਿੰਨਾ ਵੀ ਗਰਾਰੀ ਸੈੱਟ ਜਾਂ ਉਸ ਤੋਂ ਬਾਅਦ ਸਾਡੀ ਮੇਨ ਚੀਜ਼ ਅਸੀਂ 4 ਸ਼ਾਕ ਸਟੈਂਡਰ ਰੱਖਿਆ, ਅਸੀਂ ਨਾਲ ਦਿੰਦੇ ਹੁੰਦੇ ਜੀ 4 ਸ਼ਾਕ। ਉਸ ਤੋਂ ਬਾਅਦ ਅਸੀਂ ਜਿਹੜਾ ਇਹਦੇ ਵਿੱਚ CL ਵਗੈਰਾ ਹਰ ਚੀਜ਼ ਡਾਲ ਕੇ ਦਿੰਦੇ ਹੁੰਦੇ ਹਾਂ। ਫਾਲੇ ਅਸੀਂ ਡਾਰਮਰ ਦੇ ਜਾਂ ਜਿਹੜੀ ਵੀ ਕੋਈ ਡਿਮਾਂਡ ਕਰੇਗਾ ਉਸ ਹਿਸਾਬ ਨਾਲ ਅਸੀਂ ਫਾਲੇ ਵੀ ਲਗਾ ਕੇ ਦੇਵਾਂਗੇ। ਸਹੀ। ਅੱਛਾ 66 ਕਟਰ ਰੂਟਾ ਵਾਟਰ 4,95,000 ਦਾ 20,000 ਰੁਪਏ ਦੀ ਤਰਤੀਬ ਹੁੰਦੀ ਹੈ। ਇਹ 20 ਯਾਨੀ ਕਿ ਤਾਂ ਨੂੰ ਜਾਓ ਤੇ 20 ਉੱਪਰ ਤਾਂ ਨੂੰ ਆਓ ਤੇ 20 ਥੱਲੇ ਦੇ ਨੇ। 20,000 ਦੀ ਤਰਤੀਬ ਹੁੰਦੀ ਹੈ ਜਿਹੜੀ ਤਕਰੀਬਨ ਆ ਕੇ 54,000 ਤੇ ਫਿਰ 10,000 ਤੇ ਹੋ ਜਾਂਦੀ ਤਰਤੀਬ। ਸਹੀ। ਕਿਉਂਕਿ ਜਿਹੜਾ ਹੈਗਾ ਫਿਰ ਗਰਾਰੀ ਸੈੱਟ ਵਗੈਰਾ ਲੱਗ ਰਹੇ ਹੁੰਦੇ ਨੇ, ਉਹ ਤੇ ਫਿਰ ਉਹੀ ਚੀਜ਼ਾਂ ਲੱਗ ਰਹੀਆਂ ਹੁੰਦੀਆਂ ਨੇ, ਫਿਰ ਫਾਲੇ ਖੜਨੇ ਸ਼ੁਰੂ ਹੁੰਦੇ ਨੇ। ਅੱਛਾ ਸਾਇਦ ਭਾਈ, ਇਹ ਤੇ ਰੂਟਾ ਵਾਟਰ ਹੋ ਗਿਆ ਸੀ ਆਪਣਾ। ਦੇਖੋ ਜੀ, ਇੱਕ ਨਵਾਂ ਡਿਜ਼ਾਈਨ ਕੀਤਾ ਗਿਆ ਵਾ ਔਰ ਪਾਕਿਸਤਾਨ ਦੇ ਅੰਦਰ ਵਾਹਦ ਆਪਣਾ ਹੀ ਡਿਜ਼ਾਈਨ ਆ ਇਹਨਾਂ ਦਾ। ਇਸ ਤੋਂ ਅੱਗੇ ਸਾਇਦ ਭਾਈ ਹੱਲਾਂ ਤੇ ਚੱਲੀਏ ਅਸੀਂ, ਜਿਹੜੇ ਸਪੈਸ਼ਲ ਹੱਲ ਤਿਆਰ ਕੀਤੇ ਆ ਜੀ। ਹੱਲਾਂ ਦਾ ਵੀ ਆਪਣਾ ਹੀ ਡਿਜ਼ਾਈਨ ਹੈ ਜੀ ਪਾਕਿਸਤਾਨ 'ਚ। ਸਹੀ। ਮੈਨੂੰ ਕਿਸੇ ਨਾਲ ਕੋਈ ਇਤਰਾਜ਼ ਨਹੀਂ, ਕੋਈ ਕਾਪੀ ਕਰੇ ਜਾਂ ਨਾ ਕਰੇ। ਸਹੀ। ਅਗਰ ਕਰੇਗਾ ਤਾਂ ਜ਼ਿਮੀਂਦਾਰ ਦਾ ਫਾਇਦਾ ਹੋ ਜਾਏਗਾ। ਸਹੀ। ਬਿਹਤਰੀਨ ਸਟਾਈਲ ਹੈ ਜੀ, ਅੱਛੀ ਹੱਲ ਬਣੀ ਹੋਈ ਹੈ। ਇਹ ਕਿੰਨੇ ਫਾਲੀ ਹੱਲ? ਇਹ 11 ਫਾਲੀ ਹੈ ਜੀ। ਛੋਟੇ ਤੋਂ ਛੋਟਾ ਟਰੈਕਟਰ ਵੀ ਈਜ਼ੀ ਚਲਾਏਗਾ। ਅੱਛਾ ਸਾਇਦ ਭਾਈ, ਸਪਰਿੰਗਾਂ ਵਾਲੀ ਹੱਲ ਤੇ ਇਸ ਹੱਲ ਦਾ ਕੀ ਫਰਕ ਤੁਸੀਂ ਮਹਿਸੂਸ ਕੀਤਾ? ਅੰਦਾਜ਼ ਹੋਰ ਤਰੀਕੇ ਦਾ ਜੀ। ਇਹ ਜ਼ਮੀਨ ਨੂੰ ਥੱਲੋਂ ਦੀ ਜਿਹੜਾ ਨਾ ਪਕੜ ਲੈਂਦੀ ਹੈ। ਉਸ ਤੋਂ ਬਾਅਦ ਇੰਟਰਨੈਸ਼ਨਲ ਲੈਵਲ ਤੇ ਜਿਹੜੀ ਹੱਲ ਹੈ ਨਾ ਜੀ, ਉਹ ਠੋਸ ਹੀ ਚੱਲਦੀ ਹੈ। ਸਹੀ। ਸਾਡੇ ਜਿਹੜੇ ਰਿਸਰਚਰ ਨੇ ਉਹ ਕਹਿੰਦੇ ਨੇ ਜਿਹੜੀ ਸਪਰਿੰਗ ਵਾਲੀ ਹੱਲ ਹੈ ਉਹਦੇ ਅੱਗੇ ਕੋਈ ਚੀਜ਼ ਆਂਦੀ ਹੈ ਨਾ ਤੇ ਉਹ ਮਿੱਟੀ ਨੂੰ ਦਬਾਉਂਦੀ ਹੈ
ਜਿਹੜੀ ਜਗ੍ਹਾ ਤੋਂ ਮਿੱਟੀ ਜ਼ਮੀਨ ਦੇ ਵਿੱਚ ਦਬਦੀ ਹੈ ਨਾ ਉਹਦੇ ਮਸਾਮ ਮਰਦੇ ਨੇ, ਇਸ ਲਈ ਉਹ ਬਾਹਰਲੇ ਜਿਹੜੇ ਲੋਕ ਨੇ ਉਹ ਹੱਲ ਠੋਸ ਇਸਤੇਮਾਲ ਕਰਦੇ ਨੇ ਜਿਹੜੀ ਪੱਟੀ ਜਾਂਦੀ ਹੈ। ਸਹੀ। ਤੇ ਇਹਦੀ ਜਿਹੜੀ ਚੱਲਣ ਦਾ ਤਰੀਕਾਕਾਰ ਹੈ ਉਹ ਬਹੁਤ ਲਾਈਟ weight ਹੈ ਜੀ, ਬੜੀ ਹੀ ਅੱਛੇ ਅੰਦਾਜ਼ ਨਾਲ ਚੱਲਦੀ ਹੈ, ਜ਼ਮੀਨ ਦੇ ਵਿੱਚ ਬਹਿ ਕੇ ਚੱਲਦੀ ਹੈ ਔਰ ਇਹ ਡਬਲ ਕੰਮ ਦਿੰਦੀ ਹੈ। ਚੇਜ਼ਲ ਜਿਹੜੇ ਬੰਦੇ ਕੋਲ ਨਹੀਂ ਉਸ ਬੰਦੇ ਕੋਲ ਇਹ ਹੱਲ ਹੋਏਗੀ ਤੇ ਦੋਵੇਂ ਕੰਮ ਕਰੇਗਾ, ਚੇਜ਼ਲ ਦਾ ਵੀ ਤੇ ਹੱਲ ਦਾ ਵੀ। ਸਹੀ। ਇੱਕ ਇਹ 11 ਫਾਲੀ ਦਾ ਕੀ ਰੇਟ ਜੀ? 1,95,000 ਰੁਪਏ। ਅੱਛਾ, ਇਹ ਕਿਹੜੇ ਟਰੈਕਟਰ ਵਾਸਤੇ ਜਿਹੜੀ 11 ਫਾਲੀ ਇਹ 11260 ਟਰੈਕਟਰ ਤੋਂ ਅਸੀਂ ਤਜਰਬਾ ਕਰਕੇ ਸਾਰਾ ਵੇਖਿਆ ਹੈ। ਹਾਂਜੀ। ਛੋਟਾ ਜਿਹੜਾ ਮੈਸੀ ਹੈ ਉਹਨੂੰ ਲਾ ਲੈਂਦੇ ਨੇ 240 ਨੂੰ, 9 ਫਾੜੀ ਵੀ ਲਾ ਲੈਂਦੇ ਨੇ ਹਾਂਜੀ। ਤੇ 11 ਵੀ ਖਿੱਚ ਲੈਂਦਾ ਹੈ। 260 ਇਹ ਖਿੱਚਦਾ, 75 85 13 ਖਿੱਚਦਾ ਜੀ। ਅੱਛਾ, 13 ਦਾ ਕੀ ਰੇਟ ਜੇ? 13 195 ਦੀ, 13 195 ਤੇ 11 175 ਦੀ। 175 ਦੀ। ਇਹ ਐਕਸਟੈਂਡੇਬਲ ਲੇਜ਼ਰ ਹੈ 6 ਟਾਇਰ ਵਾਲਾ, ਜਿਹੜਾ ਵੱਡਾ ਛੋਟਾ ਹੋ ਜਾਂਦਾ ਜੀ। ਅੱਛਾ, ਇਹ ਕਿੰਨੇ ਫੁੱਟ ਬਲੇਡ ਦੇ ਅੰਦਰ ਜੇ? ਇਹ ਫਿਲਹਾਲ 8 ਫੁੱਟ ਤੇ ਖੜਾ ਹੈ, ਜਦੋਂ ਇਹਨੂੰ ਆਪਾਂ ਖੋਲਦੇ ਜਾਾਂਗੇ ਤੁਹਾਡੀ ਮਰਜ਼ੀ ਦੇ ਅੱਛਾ ਹਿਸਾਬ ਅੱਛਾ ਨਾਲ। ਅੱਛਾ ਅੱਛਾ, ਇਹ ਤਾਂ ਵੱਡੀ ਬਲਾ ਵਾ। ਹਾਂ ਜੀ, ਪਿਛਲੀ ਸਾਈਡ ਤੋਂ ਆ ਕੇ ਦੇਖੋਗੇ ਤੇ ਤੁਹਾਨੂੰ ਅੰਦਾਜ਼ਾ ਦਿਖਾਓ ਹੋਏਗਾ ਨਾ ਜੀ। ਪਿਛਲੀ ਸਾਈਡ ਤੋਂ, ਮੈਂ ਸਮਝਣ ਡਿਆ ਜਿਹੜਾ ਆਮ ਤੁਹਾਡਾ ਇਹਦੇ ਅਸੈਂਬਲੀ ਸਿਸਟਮ ਲੱਗਿਆ ਹੁੰਦਾ ਜੀ। ਹਾਂਜੀ। ਇਹਨੂੰ ਬਟਨ ਨੂੰ ਦਬਾਓਗੇ ਲੇਜ਼ਰ ਵੱਡਾ ਹੋ ਜਾਏਗਾ, ਬਟਨ ਨੂੰ ਦਬਾਓਗੇ ਛੋਟਾ ਹੋ ਜਾਏਗਾ। ਇਹ ਕਿੰਨਾ ਲੰਬਾ ਹੋ ਜਾਂਦਾ ਵਾ? ਇਹ 8 ਤੋਂ 12 ਫੁੱਟ ਤੱਕ ਚਲਾ ਜਾਂਦਾ ਹੈ ਤੁਹਾਡੀ ਜ਼ਰੂਰਤ ਦੇ ਹਿਸਾਬ ਨਾਲ। ਅਗਰ 9 ਕਰਨਾ ਹੈ 9 ਕਰ ਲਓ, 10 ਕਰਨਾ ਹੈ 10, 11 ਕਰਨਾ ਹੈ 12 ਕਰਨਾ ਹੈ। ਔਰ ਮਜ਼ੇ ਦੀ ਗੱਲ ਇਹ ਹੈ ਕਿ ਸਿੰਗਲ ਸਾਈਡ ਖੁੱਲਦੀ ਹੈ। ਸਾਡਾ ਜ਼ਿਮੀਦਾਰ ਜਿਹੜਾ ਨਾ ਯਾਨੀ ਕਿ ਸਿੰਗਲ ਸਾਈਡ ਤੇ ਇੱਕ ਵਾਰੀ ਆਪਾਂ ਵਜ਼ਾਹਤ ਦੇ ਲਈਏ ਵੀ ਇੱਕ ਸਾਈਡ ਖੋਲ ਲਓ ਜ਼ਰੂਰਤ ਹਾਂ ਤੇ ਜ਼ਰੂਰਤ ਦੋਵੇਂ ਖੋਲ ਲਓ। ਜ਼ਰੂਰਤ ਦੋਵੇਂ ਖੋਲ ਲਓ। ਇੱਕ ਸਾਈਡ ਖੋਲਣ ਦਾ ਮਕਸਦ ਹੈ ਇੱਕ, ਨਹੀਂ ਤਾਂ ਬਾਕੀ ਦੋਨੋਂ ਬਰਾਬਰ ਹੀ ਖੁੱਲਦੀਆਂ ਨੇ। ਹਾਂਜੀ। ਇਹ ਦਰਖਤਾਂ ਦੇ ਨਜ਼ਦੀਕ 2-2 4-4 ਫੁੱਟ ਦੀ ਜਗ੍ਹਾ ਰਹਿ ਜਾਂਦੀ ਸੀ, ਟਹਿਣੀਆਂ ਦੀ ਵਜ੍ਹਾ ਤੋਂ ਰਿਸੀਵਰ ਨਹੀਂ ਪਹੁੰਚ ਸਕਦਾ ਉੱਥੇ। ਹਾਂਜੀ। ਉੱਥੇ ਤੁਸੀਂ ਇੱਕ ਸਾਈਡ ਨੂੰ ਅਗਰ ਫੋਲਡ ਹੀ ਰੱਖਣਾ ਤੇ ਰੱਖੋ, ਬੰਦ ਹੀ ਰੱਖੋ। ਇੱਕ ਸਾਈਡ ਖੋਲੋਗੇ ਤੇ ਤੁਹਾਡੇ ਦਰਖਤਾਂ ਦੇ ਥੱਲੋਂ ਵੀ ਕੰਮ ਕਵਰ ਕਰ ਜਾਏਗਾ। ਸਹੀ। ਅੱਛਾ, ਇਹ 12 ਹੋ ਜਾਂਦਾ 8 12? ਜੀ 8 ਤੋਂ 12 ਹੋ ਜਾਂਦਾ। ਅੱਛਾ, ਇਹ ਕਿਹੜੇ ਟਰੈਕਟਰ ਵਾਸਤੇ ਰਿਕਮੈਂਡ ਇਹ ਕਰਦੇ? 65 HP ਜਿਹੜਾ ਵੀ ਹੋਏਗਾ ਉਹਦੇ ਤੋਂ ਸਟਾਰਟ ਹੋ ਜਾਏਗਾ। ਯਾਨੀ ਕਿ 65 ਤੇ ਚਲਾਉਣਾ ਵਾ ਤੇ ਇਹਨੂੰ 8 ਫੁੱਟ ਰੱਖ ਲਓ। ਨਹੀਂ ਜੀ, 65 ਤੇ 12 ਫੁੱਟ ਚੱਲੇਗਾ। ਸਾਡਾ ਲੇਜ਼ਰ ਨਾ ਚੱਲੇ ਤੇ ਗਾਰੰਟੀ ਹੈ ਜੀ। 65 ਤੇ ਪੂਰਾ 12 ਫੁੱਟ ਭਰ ਕੇ ਮਿੱਟੀ ਜਿੰਨਾ ਕੰਮ ਕਰੀਦਾ ਕਰੇਗਾ ਜੀ। ਅੱਛਾ, ਜਿਹੜਾ ਤੁਹਾਡਾ ਸਭ ਤੋਂ ਅਪਗ੍ਰੇਡ ਮਾਡਲ ਆ ਉਹ ਹੀ ਹੈ ਲੇਜ਼ਰ ਇਹ? ਉਹ ਇਹਦੇ ਵਿੱਚ ਵੀ ਅੱਗੇ ਇੱਕ ਮਾਡਲ ਆਂਦਾ ਜਿਹਦੇ ਵਿੱਚ ਹੱਲ ਪਾਇਆ ਹੈ। ਅੱਛਾ ਅੱਛਾ, ਇਹਦੇ ਵਿੱਚ ਵੀ ਹੱਲ ਦੀ ਐਡੀਸ਼ਨ ਹੈ। ਠੀਕ ਠੀਕ ਠੀਕ। ਅੱਛਾ, ਇਹਨੂੰ ਟਾਇਰ ਕਿੰਨੇ ਲਾਏ ਗਏ? ਇਹਨੂੰ ਟਾਇਰ 6 ਲੱਗੇ ਨੇ। ਮੈਨੂੰ ਮੈਂ ਤਾਂ ਵੇਖਣੀ ਪਹਿਲੀ ਵਾਰ ਡਿਆ, ਅੱਗੇ ਵੀਡੀਓ ਦੇ ਅੰਦਰ ਹੀ ਦੇਖਿਆ ਵਾ। ਇਹ 6 ਟਾਇਰ ਦੇ ਨਾਲ ਮੇਨਟੇਨ ਕੀਤਾ ਗਿਆ ਜੀ। ਅੱਛਾ, ਇਹ 6 ਟਾਇਰ ਲਾਉਣ ਦਾ ਕੀ ਮਕਸਦ ਆ ਇਹਨੂੰ? ਇਹ ਜੀ ਜਦੋਂ ਝੋਲ ਹੁੰਦੀ ਹੈ ਨਾ, ਜਦੋਂ 8 ਫੁੱਟ ਦੀ ਹੱਦ ਤੱਕ ਤੇ 4 ਟਾਇਰ ਬਹੁਤ ਨੇ। ਹਾਂਜੀ। ਜਦੋਂ ਫੁੱਟ ਵੱਧਦੇ ਨੇ ਨਾਲ ਟਾਇਰਾਂ ਦਾ ਵਧਣਾ ਜ਼ਰੂਰੀ ਸੀ। ਸਹੀ ਸਹੀ। ਕਿਉਂਕਿ ਜਿਹੜੀ ਝੋਲ ਹੈ ਅਸੀਂ ਪ੍ਰੈਕਟੀਕਲ ਕਰਕੇ ਦੇਖ ਚੁੱਕੇ ਹਾਂ ਨਾ। 4 ਟਾਇਰ ਵਾਲਾ ਵੀ ਅਸੀਂ ਐਡਜਸਟੇਬਲ ਬਣਾਇਆ ਸੀ, ਕਾਮਯਾਬ ਨਹੀਂ ਹੈ ਜੀ। ਸਹੀ ਸਹੀ। 6 ਟਾਇਰ ਵਾਲਾ ਐਡਜਸਟੇਬਲ ਲੇਜ਼ਰ ਬਣੇਗਾ ਤੇ ਕਾਮਯਾਬ ਚੱਲੇਗਾ, ਨਹੀਂ ਤੇ ਨਹੀਂ ਚੱਲੇਗਾ। ਜਦੋਂ ਤੁਸੀਂ ਇਹਨੂੰ ਵਧਾਓਗੇ, ਸਾਈਜ਼ ਓਵਰ ਕਰੋਗੇ, 12 ਫੁੱਟ ਤੱਕ ਲੈ ਕੇ ਜਾਓਗੇ ਤੇ ਜਿਹੜੀ ਇਹ ਵਾਲੀ ਝੋਲ ਹੈ ਨਾ, ਉਹਦੀ ਸਾਈਡ ਵਾਲੀ ਜਿਹੜੀ ਸਾਈਡ ਝੋਲ ਇੱਕ ਮਾਰ ਜਾਵੇ, ਖੱਡਾ ਵਜੇ, ਦੂਜੀ ਉੱਥੇ ਫਿਰ ਟਿੱਬੀਆਂ ਬਣਨਗੀਆਂ। ਉਹ ਟਿੱਬੀਆਂ ਇਹ ਟਾਇਰ ਕੰਟਰੋਲ ਕਰਨਗੇ, ਝੋਲ ਮਾਰਨ ਹੀ ਨਹੀਂ ਦੇਣਗੇ। ਅੱਛਾ, ਇਹਦਾ ਕੀ ਰੇਟ ਜਿਆ? ਇਹ 16.5 ਲੱਖ ਰੁਪਏ ਦਾ ਜੀ। 16.5। ਤੇ ਇਹਦੇ ਵਿੱਚ ਜਿਹੜਾ ਹੱਲਾਂ ਵਾਲਾ ਵਾ ਉਹਦਾ ਵੀ 16.5 ਲੱਖ ਰੁਪਏ। ਇਹਦੇ ਵਿੱਚ ਹੱਲਾਂ ਵਾਲਾ ਨਹੀਂ, ਉਹ ਸਿੰਪਲ ਹੱਲਾਂ ਵਾਲਾ 16.5 ਲੱਖ ਦਾ। ਇਹਦੇ ਹੱਲ 3 ਲੱਖ ਰੁਪਏ ਦਾ ਐਡ ਹੁੰਦਾ ਜੀ, ਲੇਜ਼ਰ ਦਾ ਹੱਲ। ਚਲਿਏ ਅੱਗੇ ਅਗਲੇ ਮਾਡਲਾਂ ਦੇ ਉੱਤੇ। ਲਓ ਜੀ ਦੋਸਤੋ, ਅਸੀਂ ਤਫਸੀਲਨ ਵਾਈਜ਼ ਇਹਨਾਂ ਦੇ ਤੁਹਾਨੂੰ ਦੇਈ ਜਾ ਰਹੇ ਆ, ਜਿਹੜੇ ਵੀਜ਼ਾਰ ਆ ਉਹਨਾਂ ਦੀ ਤਫਸੀਲ ਔਰ ਰੇਟ। ਇਸ ਤੋਂ ਅੱਗੇ ਇਹਨਾਂ ਦਾ ਜਿਹੜਾ ਆਮ ਮਾਡਲ ਆ ਉਹ ਤੇ ਜਿਹੜਾ ਐਡਜਸਟੇਬਲ ਸੀ। ਸਾਇਦ ਭਾਈ ਇਹਦੇ ਬਾਰੇ ਥੋੜੀ ਜਿਹੀ ਇਨਫੋਰਮੇਸ਼ਨ ਦਿਓ। ਇਹ ਹੱਲ ਵਾਲਾ ਮਾਡਲ ਹੈ ਜੀ, 8 ਫੁੱਟ ਸਟੈਂਡਰਡ ਸਾਈਜ਼ ਦੇ ਵਿੱਚ 4 ਟਾਇਰਾਂ ਦੇ ਨਾਲ। ਇਹ ਕਿਹੜੇ ਟਰੈਕਟਰ ਵਾਸਤੇ ਰਿਕਮੈਂਡ? ਇਹ ਵੀ 65 HP। ਸਹੀ ਸਹੀ ਸਹੀ। 65 HP ਦੋਵੇਂ ਕੰਮ ਕਰੇਗਾ, ਹੱਲ ਵੀ ਮਾਰ ਲੇਗਾ ਨਾਲ ਲੇਜ਼ਰ ਵੀ ਮਾਰ ਲੇਗਾ। ਅੱਛਾ ਸਾਇਦ ਭਾਈ, ਜਿਹੜੀ 65 HP ਦੀ ਗੱਲ ਕਰ, ਬਿਲਕੁਲ ਰਿਐਲਿਟੀ ਸਰ ਮੈਂ 55 ਤੇ ਚਲਾ ਦਿਆਂਗਾ, ਮਿੱਟੀ ਭਰ ਕੇ ਫੁੱਲ ਉਤੋਂ ਨਾ ਕੱਢੇ, ਟਰੈਕਟਰ ਧੂਆਂ ਮਾਰ ਜਾਵੇ ਤੇ ਮੇਰੀ ਗਾਰੰਟੀ ਹੋਏਗੀ। ਪ੍ਰੈਕਟੀਕਲ ਜਿੱਥੇ ਮਰਜ਼ੀ ਕਰ ਲਓ ਮੇਰੇ ਨਾਲ। ਸਹੀ ਸਹੀ ਸਹੀ। ਅਲਹਮਦੁਲਿਲਾ। ਅੱਛਾ ਸਾਇਦ ਭਾਈ, ਇਹਦੀ ਕੀ ਕੀਮਤ ਚੱਲ ਰਹੀ ਹੈ? ਇਹ ਵੀ 16.5 ਲੱਖ ਰੁਪਏ ਦਾ ਜੀ। ਅੱਛਾ, ਬੁਕਿੰਗ ਸ਼ੁਕਿੰਗ ਦਾ ਕੀ ਹਿਸਾਬ? ਬੁਕਿੰਗ 35 ਤੋਂ 40 ਦਿਨ ਦਾ ਟਾਈਮ ਹੁੰਦਾ ਜੀ। ਬੁਕਿੰਗ 30% ਨਾਲ, 40% ਨਾਲ, 50% ਨਾਲ, ਜਿੰਨੇ ਨਾਲ ਕੋਈ ਮਰਜ਼ੀ ਕਰਾਵੇ 35 ਤੋਂ 40 ਦਿਨਾਂ ਬਾਅਦ ਡਿਲੀਵਰੀ ਮਿਲੇਗੀ। ਅੱਛਾ, ਕੋ ਆਪਣੇ ਕੋ ਕਿਸ਼ਤਾਂ ਵਾਲਾ ਹਿਸਾਬ? ਨਹੀਂ ਜੀ, ਬਿਲਕੁਲ ਵੀ ਨਹੀਂ ਜੀ। ਕਿਉਂਕਿ ਅਕਸਰ ਦੋਸਤ ਕਈ ਦਫਾ ਕਮੈਂਟ ਕਰਦੇ ਰਹਿੰਦੇ ਨੇ ਕਿ ਕਿਸ਼ਤਾਂ ਦੇ ਉੱਤੇ ਜਿੱਦਾਂ ਟਰੈਕਟਰਾਂ ਦਾ ਪੁੱਛਦੇ ਰਹਿੰਦੇ ਨੇ। ਨਹੀਂ ਕੋਈ ਬਿਲਕੁਲ ਕੈਸ਼ ਕੈਸ਼ ਦਾ ਕੰਮ ਹੈ ਜੀ। ਯਾਨੀ ਕਿ ਬੁਕਿੰਗ ਤੇ ਆ, ਬੁਕਿੰਗ ਕਰਵਾਓ, ਬੁਕਿੰਗ ਕਰਾਓ ਜੀ। 35 ਤੋਂ 40 ਦਿਨ ਦਾ ਟਾਈਮ ਹੁੰਦਾ ਹੈ। ਅੱਛਾ, ਇਸ ਤੋਂ ਅੱਗੇ ਜਿਹੜਾ ਆ ਜਾਂਦਾ ਬਗੈਰ ਹੱਲਾਂ ਤੋਂ ਜੀ, ਇਹ ਸਾਡਾ ਜਿਹੜਾ ਸਭ ਤੋਂ ਹੌਟ ਆਈਟਮ, ਸਭ ਤੋਂ ਜ਼ਿਆਦਾ ਸੇਲ ਹੋਣ ਵਾਲੀ, ਹਾਂਜੀ, ਉਹ ਇਹਲੀ ਆਈਟਮ ਜਿਹੜੀ ਜਿੰਦੇ ਵਿੱਚ ਕਲਟੀਵੇਟ ਨਹੀਂ ਔਰ ਬਜਟ ਦੇ ਵਿੱਚ ਰਹਿ ਜਾਂਦਾ ਜ਼ਿਮੀਂਦਾਰ ਨੇ। ਇਹਦੀ ਕੀ ਕੀਮਤ ਚੱਲ ਰਹੀ ਹੈ? ਇਹ 13.5 ਲੱਖ ਰੁਪਏ ਦਾ। ਆਮ ਜਿਹੜਾ ਲੇਜ਼ਰ ਹੈ ਉਹ 10 ਲੱਖ ਤੱਕ ਤੋਂ ਪਹੁੰਚਿਆ ਹੈ। ਸਹੀ ਸਹੀ। ਇਹ ਫਿਰ ਥੋੜੇ ਜਿਹੇ ਪੈਸੇ ਐਡੀਸ਼ਨਲ ਕਰਕੇ ਤੋਂ ਚੀਜ਼ ਨਵੀਂ ਲੈ ਲੈਂਦੇ ਨੇ, ਕੈਰੀ ਤੇ ਵੀ ਚਲਾ ਲੈਂਦੇ ਨੇ, ਆਪਣਾ ਵੀ ਕੰਮ ਕਰ ਲੈਂਦੇ। ਸਹੀ। ਅੱਛਾ ਭਾਈ, ਆਪਣੇ ਜਿਹੜਾ ਤੁਹਾਡਾ ਮਹਿਕਮਾ ਚੱਲ ਰਿਹਾ ਕਹ ਲੋ ਮਲਟੀ ਲੇਜ਼ਰ ਤੋਂ ਆਪਣਾ ਅਦਾਰਾ ਵਾ, ਜੀ ਜੀ, ਆਪਣੇ ਅਦਾਰੇ ਤੋਂ ਕੀ ਜ਼ਿਮੀਂਦਾਰਾਂ ਨੂੰ ਪੈਗਾਮ ਦੇਣਾ ਚਾਹੁੰਦੇ ਜੇ ਤੁਸੀਂ? ਮੈਂ ਆਪਣੇ ਜ਼ਿਮੀਂਦਾਰਾਂ ਨੂੰ ਤੇ ਪੈਗਾਮ ਇਹ ਦੇਣਾ ਚਾਹੁੰਦਾ ਕਿ ਆਪ ਦੀ ਕੋਸ਼ਿਸ਼ ਕਰਕੇ ਨਾ
ਤੇ ਕੀਮਤਾਂ ਜਿਹੜੀਆਂ ਨੇ ਉਹ ਹਰ ਚੀਜ਼ ਦੇ ਉੱਪਰ ਜਾ ਰਹੀਆਂ ਨੇ। ਆਪਦੇ ਡੀਜ਼ਲ ਦੀ ਬਚਾਓ ਤੇ ਆਪਦੇ ਜਿਹੜੀ ਮੇਨਟੇਨ ਜਿਹੜੇ ਕਰਨਾ ਔਜ਼ਾਰਾਂ ਨੂੰ ਉਸ ਤਰ੍ਹਾਂ ਦੇ ਔਜ਼ਾਰ ਸਿਲੈਕਟ ਕਰੋ ਜਿਨ੍ਹਾਂ ਦੇ ਵਿੱਚ ਕੱਲ ਨੂੰ ਪ੍ਰੋਬਲਮ ਕਮ ਆਏ ਔਰ ਤੁਹਾਨੂੰ ਬੈਨੀਫੀਸ਼ੀਅਲ ਸਾਬਤ ਹੋਣ। ਠੀਕ ਹੈ, ਸਭ ਤੋਂ ਜਿਹੜਾ ਫੈਕਟਰ ਹੈ ਨਾ ਜੀ ਉਹ ਸਾਡਾ ਡੀਜ਼ਲ ਹੈ। ਐਸੇ ਔਜ਼ਾਰ ਯੂਜ਼ ਕਰੋ ਜਿਹੜੇ ਰਵਾਇਤੀ ਨਾ ਹੋਣ। ਸਹੀ ਔਜ਼ਾਰ ਇਸ ਤਰ੍ਹਾਂ ਦੇ ਹੋਣ ਜਿਹੜੇ ਤੁਹਾਡਾ ਕੰਮ ਨੂੰ ਜਲਦੀ ਕਲੋਜ਼ ਕਰਨ ਤੇ ਡੀਜ਼ਲ ਦੀ ਤੁਹਾਡੀ ਬਚਤ ਯਾਨੀ ਕਿ ਜਦੀਦ ਹੋਣਾ। ਜਦੀਦ ਔਜ਼ਾਰ ਇਸਤੇਮਾਲ ਕਰੋ, ਥੋੜੇ ਥੋੜੇ ਐਸ ਆਉਂਦੇ ਜਾਓ ਨਾ, ਇੱਕ ਇੱਕ ਕਰਕੇ ਔਜ਼ਾਰ ਜਦੀਦ ਕਰਦੇ ਜਾਓ। ਤੇ ਨਾਲ ਜਿਹੜਾ ਐਕਸਪੋ ਦੇ ਹਵਾਲੇ ਨਾਲ ਇਹ ਹੈ ਮਾਸ਼ਾਅੱਲਾ ਸਾਡਾ ਜਿਹੜਾ ਸਟਾਲ ਲਾਇਆ ਤੁਸੀਂ ਅੱਜ, ਸਟਾਲ ਲਾਇਆ ਐਕਸਪੋ ਦੇ ਪੂਰਾ 3 ਦਿਨ ਦਾ ਟਨਿਓਰ ਜਿਹੜਾ ਬਹੁਤ ਅੱਛਾ ਚੱਲਿਆ ਜੀ। ਸਹੀ ਬਹੁਤ ਅੱਛੀ ਫੈਕਲਟੀਜ਼, ਬਹੁਤ ਅੱਛਾ ਬਿਹੇਵ, ਹਰ ਚੀਜ਼ ਯੂਨੀਵਰਸਿਟੀ ਆਫ ਫੈਸਲਾਬਾਦ ਦੇ ਅੰਡਰ ਵਿੱਚ ਚੈਂਬਰ ਆਫ ਕਾਮਰਸ ਦਾ ਤੇ ਐਗਰੀਕਲਚਰ ਦਾ ਇਹ ਮਿਕਸ ਜਿਹਾ ਕਰਕੇ ਜਿਹੜਾ ਨਾ ਇਹਨਾਂ ਨੇ ਐਕਸਪੋ ਲਗਾਇਆ ਸੀ। ਬਹੁਤ ਪਿਆਰਾ ਐਕਸਪੋ ਚੱਲਿਆ ਜੀ। ਸਹੀ। ਸਾਇਦ ਭਾਈ ਆਪਣਾ ਰਾਬਤਾ ਨੰਬਰ ਔਰ ਐਡਰੈਸ ਵਗੈਰਾ ਸ਼ੇਅਰ ਕਰ ਦਿਓ। 0302 49 33 841। ਸਹੀ। 0302 49 33 841 ਦੀਪਾਲਪੁਰ ਕਚਹਿਰੀ ਚੌਕ ਟੋਟਲ ਪੰਪ ਦੇ ਬਿਲਕੁਲ ਸਾਹਮਣੇ ਪਾਕਪਤਨ ਰੋਡ ਤੇ ਮੇਰਾ ਦਫ਼ਤਰ ਹੈ ਜੀ। ਇੱਕ ਦਫ਼ਤਰ, ਦੂਸਰਾ ਦਫ਼ਤਰ ਦੀਪਾਲਪੁਰ ਸ਼ਹਿਰ ਦੇ ਵਿੱਚ ਹੀ ਜਿਹੜਾ ਮੇਰਾ ਦਫ਼ਤਰ ਮੌਜੂਦ ਹੈ ਨਾ ਜੀ ਉਹ ਹੈ ਆਪਣਾ ਦੀਪਾਲਪੁਰੋਂ ਨਿਕਲਾਂਗੇ ਉਕਾੜਾ ਨੂੰ ਤੇ 2 ਕਿਲੋਮੀਟਰ ਤੇ ਸੋਭਾਰਾਮ ਸਟਾਪ ਤੇ ਮੇਰਾ ਵਰਕਸ਼ਾਪ ਵੀ ਹੈ ਤੇ ਮੇਨ ਦਫ਼ਤਰ ਵੀ ਹੈ। ਠੀਕ ਹੈ ਸਰ, ਬੜੀ ਮਿਹਰਬਾਨੀ। ਲਓ ਜੀ ਦੋਸਤੋ, ਇਹ ਮਲਟੀ ਲੇਜ਼ਰ ਆਏ ਦੇ ਜਿੰਨੇ ਵੀ ਔਜ਼ਾਰ ਸੀ ਉਹਨਾਂ ਦੇ ਰੇਟਾਂ ਵਗੈਰਾ ਤੋਂ ਅਪਡੇਟ ਦਿੱਤੀ ਆ। ਅਗਰ ਦੋਸਤੋ ਵੀਡੀਓ ਅੱਛੀ ਲੱਗੇ ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਤੇ ਦੁਆਵਾਂ ਵਿੱਚ ਰੱਖਣਾ ਯਾਦ। ਓਕੇ, ਅੱਲਾ ਹਾਫਿਜ਼।